ਵਿਰੋਧੀਆਂ ਦੇ ਹਮਲੇ ਹਰ ਰੋਜ਼ ਹੁੰਦੇ ਨੇ ਕਿ ਅਸੀਂ ਇਹ ਮੰਨੀਏ ਕਿ ਵਿਰੋਧੀ ਨੇ ਵਿਰੋਧ ਕਰਨ ਸਾਨੂੰ ਕਿਸੇ ਬੰਦੇ ਨੇ ਸਾਡੇ ਉੱਤੇ ਉਂਗਲ ਉਠਾਈ ਹੋਈ ਪਿਛਲੇ ਖਾਸ ਤੌਰ ਤੇ 1 ਸਾਲ ਦੇ ਉੱਤੇ ਕਿ ਮਰਿਆਦਾ ਦਾ ਕਿਧਰੇ ਕਾਂਡ ਕੀਤਾ ਆਪੋਜੀਸ਼ਨ ਦੇ ਲੋਕਾਂ ਨੂੰ ਤੇ ਸਕੂਲਾਂ ਦੇ ਵਿਦਿਅਕ ਅਦਾਰਿਆਂ ਦੇ ਵਿੱਚ ਪਈਆਂ ਮੂਰਤੀਆਂ ਵੀ ਠੀਕ ਨਹੀਂ ਲੱਗਦੀਆਂ। ਗੁਰਦੁਆਰਾ ਸਾਹਿਬ ਦੀ ਜਿਹੜੀ ਸੱਤਾ ਹੈ ਉਸ ਦੀ ਭੁੱਖ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਵਿਖਾਈ ਦੇ ਰਹੀ ਹੈ। ਜਿਹੜਾ ਬੰਦਾ ਆਪਣੇ ਧਰਮ ਤੋਂ ਉੱਪਰ ਉੱਠ ਕੇ ਰਾਜਨੀਤੀ ਨੂੰ ਹਾਵੀ ਕਰੇਗਾ ਤੇ ਉਹਦੇ ਵਿੱਚ ਨੁਕਸਾਨ ਕੌਮ ਦਾ ਹੋਏਗਾ ਹੀ ਹੋਏਗਾ, ਜਿਹਦਾ ਜੀਤਾ ਜਾਗਦਾ ਸਬੂਤ ਅੱਜ ਪੂਰਾ ਪੰਜਾਬ ਦੇਖ ਰਿਹਾ। ਤੁਸੀਂ ਜਿੰਨੀ ਮਰਜ਼ੀ ਤੋੜ ਜੋੜ ਕਰ ਲਓ, ਸੇਵਾ ਜਿਹਨੂੰ ਗੁਰੂ ਮਹਾਰਾਜ ਨੇ ਲਿਖੀ ਹੈ ਉਹਨੂੰ ਮਿਲ ਜਾਣੀ ਹੈ। ਰੇਸਿਜ਼ਮ ਅਟੈਕ ਵੀ ਹੋ ਰਹੇ ਨੇ ਸਰਦਾਰਾਂ ਤੇ ਔਰ ਸਾਡੇ ਬੱਚੇ ਬੁਲੀ ਦਾ ਲਗਾਤਾਰ ਸ਼ਿਕਾਰ ਹੋ ਰਹੇ ਨੇ। ਤੁਸੀਂ ਨਸਲਵਾਦੀ ਦੀ ਗੱਲ ਕਰ ਰਹੇ ਹੋ, ਇਹ ਸਭ ਤੋਂ ਪਹਿਲਾਂ ਜਾਤ ਪਾਤ ਤੋਂ ਸ਼ੁਰੂ ਹੁੰਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਮਗਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨੇ। ਅਸੀਂ ਇੰਨਾ ਵੱਡਾ ਇਤਿਹਾਸ ਬਣਾਇਆ, ਹਿਸਟਰੀ ਬਣਾਈ, ਮਗਰ ਅਸੀਂ ਉਹਨੂੰ ਸਾਂਭ ਨਹੀਂ ਸਕੇ ਤੇ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ ਉਹ ਕਿਤੇ ਪੂਰੀ ਨਾ ਹੋਈਆਂ। I would now like to invite Sardar Harmeet Singh Kalka ji on stage so that we can set the panel in order. Sardar Harmeet Singh Kalka is the dynamic president of the Delhi Sikh Gurdwara Management Committee, the charismatic leader who has been the member of the Legislative Assembly in Delhi from Kalka ji area, has earlier been the General Secretary of the body. He was also the president of the Shiromani Akali Dal, Delhi State. बहुत बहुत शुक्रिया। वी मीडिया ਸਮਿਟ 3.0 ਪਿਛਲੇ 3 ਸਾਲਾਂ ਤੋਂ ਅਸੀਂ ਸਫ਼ਰ ਜਿਹੜਾ ਸ਼ੁਰੂ ਕੀਤਾ ਸੀ ਅੱਜ ਤੀਸਰੇ ਸਾਲ ਤੇ ਅਪੜ ਆਇਆ ਔਰ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ। ਮੇਰਾ ਸਫ਼ਰ ਮੀਡੀਆ ਵਿੱਚ 2000 ਤੋਂ ਸ਼ੁਰੂ ਹੋਇਆ। ਉਸ ਸਮੇਂ ਤੋਂ ਹੀ ਜਦੋਂ ਅਸੀਂ ਰਿਪੋਰਟਿੰਗ ਕਰਨਾ ਸ਼ੁਰੂ ਕੀਤਾ ਔਰ ਗੁਰਦੁਆਰਿਆਂ ਤੇ ਅਸੀਂ ਰਿਪੋਰਟਿੰਗ ਕਰਦੇ ਸੀ, ਲਗਾਤਾਰ ਕਾਲਕਾ ਸਾਹਿਬ ਹਮੇਸ਼ਾ ਅੱਗੇ ਹੀ ਵਿਖਾਈ ਦਿੰਦੇ ਸਨ। 1995 ਤੋਂ ਇਹਨਾਂ ਨੇ ਆਪਣਾ ਜਿਹੜਾ ਸਫ਼ਰ ਸ਼ੁਰੂ ਕੀਤਾ ਹੈ। ਅੱਜ ਸਮਿਟ ਦੀ ਜਿਹੜੀ ਸ਼ੁਰੂਆਤ ਹੈ ਇਹਨਾਂ ਨਾਲ ਗੱਲਾਂ ਬਾਤਾਂ ਕਰਕੇ ਹੀ ਕਰਾਂਗੇ। ਸੋ ਪਹਿਲਾਂ ਤਾਂ ਇਹਨਾਂ ਨੂੰ 2 ਮਿੰਟ ਦਵਾਂਗਾ ਆਪਣੇ ਅਲਫਾਜ਼ ਕਹਿਣ ਦੇ ਲਈ, ਉਸ ਤੋਂ ਬਾਅਦ ਸਵਾਲ ਜਵਾਬ ਸਾਡੇ ਹੋਣਗੇ। ਬਹੁਤ ਹੀ ਸਤਿਕਾਰਯੋਗ ਇੱਥੇ ਬੈਠੇ ਹੋਏ ਸਾਰੇ ਆਡੀਅנס, ਸਰਦਾਰ ਬਲਿੰਦਰ ਸਿੰਘ ਜਿਨ੍ਹਾਂ ਨੇ ਅੱਜ ਦਾ ਸਬਮਿਟ ਕੀਤਾ ਔਰ ਖਾਸ ਤੌਰ ਤੇ ਇਸ ਕਾਲਜ ਦੀ ਪ੍ਰਿੰਸੀਪਲ ਸਾਹਿਬਾ ਮਿਸਿਸ ਹਰਪ੍ਰੀਤ ਕੌਰ ਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਮਝਦਾ ਕਿ ਬਹੁਤ ਵਧੀਆ ਇੱਕ ਉਪਰਾਲਾ ਵੀ ਸਮਿਟ ਨੇ ਸ਼ੁਰੂ ਕੀਤਾ ਔਰ ਜਿਹੜੀ ਇੰਟਰੈਕਸ਼ਨਸ ਦਾ ਪ੍ਰੋਗਰਾਮ ਰੱਖਿਆ, ਭਾਵੇਂ ਉਹ ਐਂਟਰਪ੍ਰੀਨਿਅਰਸ ਨੂੰ ਹੋਏ, ਪੋਲੀਟੀਸ਼ੀਅਨਸ ਨੂੰ ਹੋਏ, ਐਜੂਕੇਸ਼ਨਿਸਟ ਦੇ ਨਾਲ ਹੋਏ। ਇਹ ਪ੍ਰੋਗਰਾਮ ਬੱਚਿਆਂ ਦੇ ਵਿੱਚ ਕਰਨੇ ਬਹੁਤ ਜ਼ਰੂਰੀ ਨੇ ਕਿਉਂਕਿ ਅੱਜ ਦੀ ਡੇਟ ਵਿੱਚ ਇੱਕ ਸਭ ਤੋਂ ਵੱਡੀ ਲੋੜ ਹੈ ਬੱਚਿਆਂ ਨੂੰ ਕਿ ਇੱਕ ਇਨਸਪੀਰੇਸ਼ਨ ਦੀ, ਔਰ ਜਿਹੜੇ ਫੀਲਡ ਦੇ ਵਿੱਚ ਵੀ ਉਹ ਅੱਗੇ ਵਧਣਾ ਚਾਹੁੰਦੇ ਨੇ ਉਹੋ ਜਿਹੇ ਲੋਕਾਂ ਨੂੰ ਇੱਥੇ ਲਿਆ ਕੇ ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਬਾਤਾਂ, ਉਹਨਾਂ ਦੀ ਲਾਈਫ ਦੀ ਜਰਨੀ ਸ਼ੁਰੂ ਕਰਾਉਣਾ ਔਰ ਕਿੱਥੇ ਤੱਕ ਉਹਨਾਂ ਨੇ ਕੀ ਉਹਨਾਂ ਨੇ ਉਹਦੇ ਵਿੱਚ ਮੁਸ਼ਕਿਲਾਂ ਸਹਿਨ ਕੀਤੀਆਂ ਨੇ ਉਹਦੇ ਬਾਰੇ ਡਿਸਕਸ਼ਨਸ ਕਰਨੀਆਂ ਬਹੁਤ ਵੱਡੀ ਲੋੜ ਹੈ। ਔਰ ਇਹ ਜਿਹੜੀ ਅੱਜ ਇਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ, ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਕਾਲਕਾ ਸਾਹਿਬ। ਆਜੋ ਤੁਹਾਡੇ ਲਈ ਚੇਅਰ ਰੈਡੀ ਹੈ। ਇਹ ਹੌਟ ਚੇਅਰ ਹੈ ਜੀ। ਹਾਂਜੀ ਹਾਂਜੀ ਬਿਲਕੁਲ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਤਾਂ ਅੱਜ ਗੁਰਦੁਆਰਾ ਸਾਹਿਬਾਨ ਕਿਸ ਤਰ੍ਹਾਂ ਇੱਕ ਬਹੁਤ ਵੱਡੀ ਭੂਮਿਕਾ ਅਦਾ ਕਰਦੇ ਜਾ ਰਹੇ ਨੇ। ਸਿਰਫ ਦਿੱਲੀ ਵਿੱਚ ਨਹੀਂ, ਸਿਰਫ ਪੰਜਾਬ ਵਿੱਚ ਨਹੀਂ, ਸਿਰਫ ਮਹਾਰਾਸ਼ਟਰ, ਯੂਪੀ, ਉੱਤਰਾਖੰਡ ਵਿੱਚ ਨਹੀਂ, ਬਲਕਿ ਇੰਡੀਆ ਵਿੱਚ ਨਹੀਂ, USA ਵਿੱਚ, ਕੈਨੇਡਾ ਵਿੱਚ, UK ਵਿੱਚ, ਆਸਟ੍ਰੇਲੀਆ ਵਿੱਚ, ਜਿੱਥੇ ਵੀ ਜਾਈਏ ਹਰ ਪਾਸੇ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਨੇ ਇੱਕ ਬਹੁਤ ਹੀ ਵੱਡੀ ਛਾਪ ਛੋੜ ਰਹੇ ਨੇ। ਅਸੀਂ ਕਰੋਨਾ ਕਾਲ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਗੁਰਦੁਆਰਾ ਸਾਹਿਬਾਨ ਉਹਨਾਂ ਲੋਕਾਂ ਦੀ ਮਦਦ ਕਰਦੇ ਆਏ ਜੋ ਕਿ ਹਸਪੀਟਲ ਵਿੱਚ ਮੌਜੂਦ ਸੀ,
ਕਿਉਂਕਿ ਉਹਨਾਂ ਨੂੰ ਖਾਣੇ ਦੀ ਜ਼ਰੂਰਤ ਸੀ। ਉਹ ਲੋਕ ਜਿਨ੍ਹਾਂ ਦੇ ਕੰਮ ਬਿਲਕੁਲ ਬੰਦ ਹੋ ਚੁੱਕੇ ਸੀ, ਉਹ ਲੋਕ ਜੋ ਕਿ ਸੜਕਾਂ ਤੇ ਆ ਚੁੱਕੇ ਸੀਗੇ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਰੋਟੀ ਦੀ ਜ਼ਰੂਰਤ ਸੀ। ਸੋ ਸਾਡੇ ਗੁਰਦੁਆਰੇ ਸਾਹਿਬਾਨਾਂ ਨੇ ਉਹਨਾਂ ਨੂੰ ਨਾ ਸਿਰਫ ਮਾਲੀ ਮਦਦ ਯਾਨੀ ਕਿ ਪੈਸੇ ਦਿੱਤੇ, ਬਲਕਿ ਉਹਨਾਂ ਦੇ ਘਰ ਲੰਗਰ ਵੀ ਪਹੁੰਚਾਇਆ। ਜੀ ਹਾਂ, ਮੈਂ ਖੁਦ ਗਵਾਹ ਹਾਂ ਕਿਉਂਕਿ 2020 ਵਿੱਚ ਜਦੋਂ ਕੋਰੋਨਾ ਦਾ ਫਰਸਟ ਫੇਜ਼ ਸੀ, ਮੈਂ ਵੀ ਤਕਰੀਬਨ 28 ਦਿਨ ਆਕਸੀਜਨ ਤੇ ਗੁਜ਼ਾਰੇ ਹਾਂ ਕੈਲੀਫੋਰਨੀਆ ਦੇ ਹਸਪੀਟਲ ਵਿੱਚ। ਮੈਨੂੰ ਵੀ ਲੰਗਰ ਮਿਲਦਾ ਰਿਹਾ। ਸ਼ਾਇਦ ਇਸੇ ਕਰਕੇ ਉਸ ਲੰਗਰ ਦੀ ਖਾਸੀਅਤ ਕਰਕੇ ਅੱਜ ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ। ਸੋ ਕਾਲਕਾ ਸਾਹਿਬ, ਮੈਂ ਜ਼ਰੂਰ ਕਹਾਂਗਾ ਤੁਸੀਂ ਆਪਣਾ ਮਾਈਕ ਆਪਣੇ ਹੱਥ ਵਿੱਚ ਰੱਖੋ ਕਿਉਂਕਿ ਜਿਹੜਾ ਸਫ਼ਰ ਹੈ ਤੁਹਾਡਾ 1995 ਤੋਂ ਤੁਸੀਂ ਸਫ਼ਰ ਸ਼ੁਰੂ ਕੀਤਾ ਹੈ। ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਪੋਲਿਟਿਕਸ ਵਿੱਚ ਕਿਉਂ ਆਏ, ਕਿਸ ਤਰ੍ਹਾਂ ਤੁਹਾਡਾ ਰੁਝਾਨ ਪੋਲਿਟਿਕਸ ਵਿੱਚ ਹੋਇਆ। ਪਹਿਲਾ ਸਵਾਲ। ਦੇਖੋ, ਮੈਂ ਸਭ ਤੋਂ ਪਹਿਲਾਂ 1995 ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਬਣਿਆ, ਮੈਂਬਰ ਬਣਿਆ ਜੀ। ਔਰ ਇਹ ਇਨਸਪੀਰੇਸ਼ਨ ਮੈਨੂੰ ਆਪਣੀ ਫੈਮਿਲੀ, ਮੇਰੇ ਗ੍ਰੈਂਡਫਾਦਰ ਜਿਹੜੇ ਦਿੱਲੀ ਦੇ ਵਿੱਚ ਜਦ ਪਹਿਲੀ ਵਾਰ ਇਲੈਕਸ਼ਨਸ ਹੋਈਆਂ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 75 ਦੇ ਵਿੱਚ, ਉਹਨਾਂ ਨੇ ਕੰਟੈਸਟ ਕੀਤੀ, ਜਿੱਤੇ ਔਰ ਪਹਿਲੀ ਵਾਰ ਵਿੱਚ ਐਗਜ਼ੈਕਟਿਵ ਦੇ ਮੈਂਬਰ ਬਣੇ ਉਸਤਾਦ ਜਸਵੰਤ ਸਿੰਘ ਕਾਲਕਾ ਜੀ। ਐਂਡ 79 ਦੇ ਵਿੱਚ ਦੁਬਾਰਾ ਇਲੈਕਸ਼ਨਸ ਵੀ ਜਿੱਤੀਆਂ ਔਰ ਉਹ ਬਤੌਰ 82 ਤੋਂ ਲੈ ਕੇ 90 ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਮੇਨ ਮੁੱਖ ਸੇਵਾਦਾਰ ਦੇ ਤੌਰ ਦੇ ਉੱਤੇ ਉਹਨੇ ਸੇਵਾ ਨਿਭਾਈ ਔਰ 90 'ਚ ਉਹ ਅਕਾਲ ਚਲਾਣਾ ਕਰ ਗਏ। ਸੋ ਇਹ ਇਨਸਪੀਰੇਸ਼ਨ ਮੈਨੂੰ ਉਹਨਾਂ ਤੋਂ ਮਿਲੀ ਕਿ ਇੱਕ ਸਿੱਖ ਪੋਲਿਟਿਕਸ ਦੇ ਵਿੱਚ ਰਹਿਣ ਦੀ। ਔਰ 95 'ਚ ਜਦ ਮੈਂ ਆਪਣਾ ਸਫ਼ਰ ਸ਼ੁਰੂ ਕੀਤਾ ਐਜ਼ ਅ ਮੈਂਬਰ ਆਫ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਔਰ ਮੈਂ ਉਹਦੇ ਪ੍ਰੈਜ਼ੀਡੈਂਟ ਤੱਕ ਮੈਨੂੰ ਜ਼ਿੰਮੇਵਾਰੀਆਂ ਮਿਲੀਆਂ। ਮੈਂ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਆਈ ਜੁਆਇਨਡ ਯੂਥ ਅਕਾਲੀ ਦਲ। ਯੂਥ ਅਕਾਲੀ ਦਲ ਦਾ ਮੈਂਬਰ ਤੋਂ ਲੈ ਕੇ ਉਹਦੀ ਪ੍ਰਧਾਨਗੀ ਤੱਕ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਯੂਥ ਅਕਾਲੀ ਦਲ ਤੋਂ ਬਾਅਦ ਮੈਂ ਸੀਨੀਅਰ ਅਕਾਲੀ ਦਲ ਦੇ ਵਿੱਚ ਆਇਆ ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ ਪ੍ਰਧਾਨ ਬਣਿਆ। ਔਰ ਉਸ ਤੋਂ ਬਾਅਦ 2013 ਦੇ ਵਿੱਚ ਜਿਸ ਵਕਤ ਦਿੱਲੀ ਦੇ ਵਿੱਚ ਇਲੈਕਸ਼ਨਸ ਹੋਈਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਆਈ ਕੰਟੈਸਟਡ ਫॉर दैट ਔਰ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਇਲੈਕਸ਼ਨਸ ਹੋਈਆਂ ਔਰ ਮੈਨੂੰ 7 ਸਾਲਾਂ ਦੇ ਵਿੱਚ ਮੈਂ 6 ਇਲੈਕਸ਼ਨਾਂ ਦਿੱਲੀ 'ਚ ਲੜੀਆਂ, ਜਿਹਦੇ ਵਿੱਚ 3 ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, 2 MLA ਦੀਆਂ, ਮੈਨੂੰ MLA ਬਣਨ ਦਾ ਵੀ ਮੌਕਾ ਬਣਿਆ ਔਰ ਮੇਰੀ ਮਿਸਿਸ ਦਿੱਲੀ ਸਟੇਟ ਤੋਂ ਐਜ਼ ਅ ਕਾਉਂਸਲਰ ਵੀ ਉਹਨਾਂ ਨੂੰ ਮੌਕਾ ਮਿਲਿਆ। ਸੋ ਇਹ ਸਫ਼ਰ ਲਗਾਤਾਰ ਚੱਲਦਾ ਗਿਆ ਔਰ ਗੁਰੂ ਮਹਾਰਾਜ ਨੇ ਹਮੇਸ਼ਾ ਕਿਰਪਾ ਕੀਤੀ ਕਿ ਜਿਹੜੀ ਪੋਸਟ ਦੇ ਉੱਤੇ ਮੈਂ ਆਇਆ ਮੈਂ ਬਤੌਰ ਪ੍ਰਧਾਨਗੀ ਤੱਕ ਪਹੁੰਚਿਆ ਔਰ ਦਿੱਲੀ ਦੇ ਵਿੱਚ, ਦਿੱਲੀ ਦੇ ਇਤਿਹਾਸ ਦੇ ਵਿੱਚ, ਗੁਰਦੁਆਰਾ ਇਤਿਹਾਸ ਦੇ ਆਈ ਐਮ ਦੀ ਓਨਲੀ ਪਰਸਨ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰ ਪੋਸਟ ਤੇ ਰਿਹਾ। 2013 ਵਿੱਚ ਮੈਂ ਜੁਆਇੰਟ ਸੈਕਟਰੀ ਬਣਿਆ, 2017 ਦੇ ਵਿੱਚ ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਿਆ, ਜਨਰਲ ਸੈਕਟਰੀ ਬਣਿਆ ਔਰ ਹੁਣ ਮੁੱਖ ਸੇਵਾਦਾਰੀ ਦੀ ਮੈਨੂੰ ਜਿਹੜੀ ਸੇਵਾ ਸੰਗਤ ਨੇ ਦਿੱਤੀ ਹੈ ਬਤੌਰ ਪ੍ਰੈਜ਼ੀਡੈਂਟ ਮੈਂ ਸੇਵਾ ਸੰਭਾਲ ਕਰ ਰਿਹਾ। ਕਿ ਕੋਈ ਵੀ ਅੱਜ ਤੱਕ ਸ਼ਖਸ ਹੈ ਜਿਹਨੂੰ ਗੁਰੂ ਮਹਾਰਾਜ ਨੇ ਇੰਨੀ ਕਿਰਪਾ ਕੀਤੀ, ਉਹਦੇ 'ਚ ਸਭ ਤੋਂ ਪਹਿਲਾਂ ਮੇਰਾ ਨਾਮ ਹੈ ਕਿ ਦਿੱਲੀ ਦੇ ਵਿੱਚ ਸਾਰੇ ਅਹੁਦਿਆਂ ਤੇ ਰਹਿਣ ਵਾਲਾ ਮੈਂ ਇਕੱਲਾ ਬੰਦਾ। ਕੀ ਬਾਤ, ਇਹ ਤਾਂ ਤਾੜੀਆਂ ਹੋਣੀਆਂ ਚਾਹੀਦੀਆਂ ਨੇ। ਤਕਰੀਬਨ 1995 ਤੋਂ 2023 ਦਾ ਸਫ਼ਰ, ਤਕਰੀਬਨ 28 ਸਾਲ ਤੁਹਾਨੂੰ ਹੋ ਗਏ ਨੇ। 28 ਸਾਲਾਂ ਵਿੱਚ ਹੁਣ ਤੁਸੀਂ ਪ੍ਰਧਾਨ ਦੀ ਕੁਰਸੀ ਤੇ ਬੈਠੇ ਹੋ। ਤੁਹਾਨੂੰ ਕੀ ਲੱਗਦਾ ਹੈ ਪਿਛਲੇ ਇਸ ਕਾਰਜਕਾਲ ਵਿੱਚ ਜਿੰਨਾ ਤੁਸੀਂ ਕਾਰਜਕਾਲ ਇਸ ਸਮੇਂ ਤੱਕ ਸੰਭਾਲ ਚੁੱਕੇ ਐਜ਼ ਏ ਪ੍ਰਧਾਨ, ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਐਸੇ ਕਿਹੜੇ ਮਹੱਤਵਪੂਰਨ ਕੰਮ ਕੀਤੇ ਨੇ ਜਿਹੜੇ ਹੋਰ ਪ੍ਰਧਾਨਾਂ ਨੇ ਨਹੀਂ ਕੀਤੇ? ਦੇਖੋ, ਸਭ ਤੋਂ ਪਹਿਲਾਂ ਤੇ ਜਿਹੜੇ ਸਾਡੇ ਰੂਟੀਨ ਕੰਮ ਹੁੰਦੇ ਆ ਗੁਰਦੁਆਰਿਆਂ ਦੇ, ਉਹਦੇ ਵਿੱਚ ਸਭ ਤੋਂ ਵੱਡੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਜਿੱਥੇ ਸਾਡੇ ਵਿਦਿਅਕ ਅਦਾਰੇ ਚੱਲ ਰਹੇ ਨੇ, ਸਕੂਲਸ ਚੱਲ ਰਹੇ ਨੇ, ਅਸੀਂ ਉਹਨਾਂ ਨੂੰ ਮੇਨਟੇਨ ਕਰ ਲਈਏ। ਔਰ ਜਿਹੜੇ ਪਿਛਲੇ ਕਈ ਸਾਲਾਂ ਤੋਂ ਇੱਕ ਕ੍ਰਾਈਸਿਸ ਦੇ ਵਿੱਚ ਜਾ ਰਹੇ ਨੇ, ਫਾਈਨੈਂਸ਼ੀਅਲ ਕ੍ਰਾਈਸਿਸ, ਉਹਦੇ ਵਿੱਚ ਸਭ ਤੋਂ ਵੱਡੀ ਅਸੀਂ ਇਹ ਜ਼ਿੰਮੇਵਾਰੀ ਕੀਤੀ ਕਿ ਸਾਡੇ ਉਸ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਸੀ ਉਹਨੂੰ ਅੱਗੇ ਵਧਣ ਨਾ ਦਿੱਤਾ ਜਾਏ। ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਕਰੀਬਨ 45 ਕਰੋੜ ਰੁਪਏ ਦੀ ਇਹ ਜਿਹੜੀ ਫਾਈਨੈਂਸ਼ੀਅਲ ਮਦਦ ਹੈ ਉਹ ਸਕੂਲਾਂ ਨੂੰ ਦਿੱਤੀ ਗੁਰਦੁਆਰੇ ਤੋਂ। ਔਰ ਉਹਦੇ ਨਾਲ ਨਾਲ ਜਿਹੜੀ ਸਾਡੀ ਦੂਜੀ ਜ਼ਿੰਮੇਵਾਰੀ ਬਣਦੀ ਸੀ ਬਤੌਰ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਚਾਰ ਪ੍ਰਸਾਰ ਦੀ, ਉਹਦੇ ਵਿੱਚ ਦਿੱਲੀ ਦੇ ਵਿੱਚ ਅੱਜ ਤੱਕ ਕਿਸੇ ਨੇ ਇਹ ਕਾਰਜ ਨਹੀਂ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਨ੍ਹਾਂ ਦੇ ਵੀ ਲਿਖਾਰੀ ਨੇ, 36 ਬਾਣੀਕਾਰ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ, ਭਾਵੇਂ ਭਗਤ ਸਾਹਿਬਾਨ ਹੋਣ, ਗੁਰੂ ਸਾਹਿਬਾਨ ਹੋਣ, ਭੱਟ ਸਾਹਿਬਾਨ ਹੋਣ, ਇਹਨਾਂ 36 ਬਾਣੀਕਾਰਾਂ ਦੇ ਨਾਮ ਦੇ ਉੱਤੇ ਜਿਹੜੇ ਹਰ ਇਲਾਕਿਆਂ ਦੇ ਵਿੱਚ ਅਸੀਂ ਸਮਾਗਮ ਕਰਾ ਰਹੇ ਹਾਂ ਔਰ ਲੋਕਾਂ ਨੂੰ ਦੱਸ ਰਹੇ ਹਾਂ ਕਿ ਜਿਹੜਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੀ
ਕਿ ਚੌਵਰਨਾ ਨੂੰ ਸਾਂਝੇ ਦੀ ਅਸੀਂ ਗੱਲ ਕਰਦੇ ਹਾਂ, ਉਹ ਅਸੀਂ ਦੱਸ ਰਹੇ ਹਾਂ ਕਿ ਇਹਦੇ ਵਿੱਚ ਜਿਹੜੇ ਸਾਡੇ ਭਗਤ ਨਾਮਦੇਵ ਵਰਗਿਆਂ ਦੀਆਂ ਵੀ ਹੈ ਨੇ, ਇਹਦੇ ਵਿੱਚ ਜੁਲਾਇਆ ਦੀ ਬਾਣੀ ਵੀ ਹੈ, ਇਹਦੇ ਵਿੱਚ ਕਬੀਰ ਦਾਸਿਆਂ ਦੀ ਵੀ ਬਾਣੀ ਹੈ। ਸੋ ਇਹ ਬਾਣੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਤੋਂ ਜ਼ਿਆਦਾ ਕਰ ਰਹੀ ਹੈ। ਔਰ ਉਹਦੇ ਨਾਲ ਨਾਲ ਜਿਹੜੀਆਂ ਮੈਡੀਕਲ ਸੇਵਾਵਾਂ ਨੇ, ਅੱਜ ਤੁਸੀਂ ਜਿਹੜੀ ਗੱਲ ਕੀਤੀ ਹੈ, ਮੈਂ ਅਗਰ ਉਸ ਤੋਂ 2 ਸਾਲ ਪਹਿਲੇ ਜਦ ਕੋਵਿਡ ਦਾ ਸਮਾਂ ਸੀ, ਮੈਂ ਦੱਸਣਾ ਚਾਹਾਂਗਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਰੋਜ਼ 2 ਲੱਖ ਬੰਦਿਆਂ ਨੂੰ ਉਸ ਲੋਕਡਾਊਨ ਦੇ ਪੀਰੀਅਡ ਦੇ ਵਿੱਚ, ਜਿਸ ਵਕਤ ਲੋਕ ਘਰੋਂ ਬਾਹਰ ਨਹੀਂ ਨਿਕਲਦੇ ਸੀ, ਕੋਈ ਪਰਿੰਦਾ ਤੱਕ ਨਜ਼ਰ ਨਹੀਂ ਆਉਂਦਾ ਸੀ ਸੜਕਾਂ ਦੇ ਉੱਤੇ, ਉਸ ਵਕਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੋਲੰਟੀਅਰਸ ਨੇ 2 ਲੱਖ ਪ੍ਰਾਣੀਆਂ ਨੂੰ ਰੋਜ਼ ਲੰਗਰ ਛਕਾਇਆ। ਔਰ ਉਹ ਸਾਡੇ ਗੁਰਦੁਆਰਾ ਸਾਹਿਬਾਨ ਤੇ ਬੰਦਾ ਸੀ, ਸਾਡੇ ਇੰਸਟੀਚਿਊਟ 'ਚ ਬਣਾਇਆ, ਕਿਉਂਕਿ ਅਸੀਂ ਪੂਰੀ ਦਿੱਲੀ ਦੇ ਵਿੱਚ ਆਪਣੀ ਟੀਮਸ ਨੂੰ ਸਕੈਟਰ ਕਰਤਾ, ਕਿਉਂਕਿ ਦਿੱਲੀ ਗਵਰਨਮੈਂਟ ਜਿੱਥੇ ਫੇਲ ਹੋ ਰਹੀ ਸੀ, ਮੈਨੂੰ ਯਾਦ ਹੈ ਕਿ ਦਿੱਲੀ ਦਾ ਕੋਈ ਵੀ SDM DM ਕੋਈ ਇਹੋ ਜਿਹਾ ਨਹੀਂ ਸੀ ਜਿਹੜਾ ਰੋਜ਼ ਸਾਨੂੰ ਫੋਨ ਕਰਦਾ ਸੀ ਕਿ ਭਈ ਅੱਜ ਇਸ ਏਰੀਆ ਦੇ ਵਿੱਚ ਇਹ ਲੰਗਰ ਭੇਜਿਆ ਜਾਏ, ਔਰ ਬਿਨਾਂ ਕਿਸੇ ਜਾਤ ਪਾਤ ਦੇ। ਔਰ ਇਹ ਜਿਹੜੀ ਸੇਵਾਵਾਂ ਅਸੀਂ ਉੱਥੋਂ ਸ਼ੁਰੂ ਕੀਤੀਆਂ। ਨਾਲ ਹੀ ਜਿਸ ਵਕਤ ਅਸੀਂ ਲੰਗਰ ਲੋਕਾਂ ਦੇ ਘਰ ਦੇਣ ਜਾਂਦੇ ਸੀ, ਤੇ ਸਾਨੂੰ ਇਹ ਨਜ਼ਰ ਆਇਆ ਕਿ ਜਿਹੜੀ ਸਭ ਤੋਂ ਵੱਧ ਜਿਹੜਾ ਲੋਕ ਨੇ ਜਿੱਥੇ ਆਪਣੇ ਘਰ ਦਾ ਇੱਕ ਬਜਟ ਬਣਾਉਂਦੇ ਨੇ, ਆਪਣੀ ਰਾਸ਼ਨ ਦਾ, ਬੱਚਿਆਂ ਦੀ ਪੜ੍ਹਾਈ ਦਾ ਇੱਕ ਬਜਟ ਅਲੱਗ ਬੰਦਾ ਉਹਨਾਂ ਦਾ, ਜਿਹੜਾ ਮੈਡੀਕਲ ਦੇ ਉੱਤੇ ਮੈਡੀਕਲ, ਕਿਉਂਕਿ ਜਿਨ੍ਹਾਂ ਦੇ ਘਰਾਂ 'ਚ ਬਜ਼ੁਰਗ ਨੇ, ਉਹਨਾਂ ਦੇ ਘਰਾਂ 'ਚ ਕੋਈ ਨਾ ਕੋਈ ਪ੍ਰੋਬਲਮਸ ਨੇ। ਸੋ ਅਸੀਂ ਉਸ ਵਕਤ ਫੈਸਲਾ ਲੈ ਕੇ ਜਿਹੜਾ ਦਵਾਖਾਨੇ ਸ਼ੁਰੂ ਕੀਤੇ ਦਿੱਲੀ ਦੇ ਵਿੱਚ, ਔਰ ਜਿਹੜਾ ਬਾਲਾ ਪ੍ਰੀਤਮ ਦਵਾਖਾਨਾ ਖੋਲਿਆ, ਤਕਰੀਬਨ ਮੈਂ ਸਮਝਦਾ ਕਿ ਉਹਦੇ ਵਿੱਚ 50% ਤੋਂ ਉੱਤੇ, ਕਿਉਂਕਿ ਕਈ ਮੈਡੀਸਿਨਸ ਜਿਹੜੀਆਂ ਬ੍ਰਾਂਡਡ ਨੇ ਉਹ 25 ਤੋਂ 30% ਡਿਸਕਾਊਂਟ ਤੇ ਮਿਲਦੀਆਂ ਨੇ, ਔਰ ਜਿਹੜੀਆਂ ਜੈਨਰਿਕ ਮੈਡੀਸਿਨਸ ਨੇ ਉਹ 70-100% ਤੋਂ ਵੀ ਜ਼ਿਆਦਾ ਸਾਨੂੰ ਡਿਸਕਾਊਂਟ ਤੇ ਮਿਲਦੀਆਂ ਨੇ। ਸੋ ਮੈਂ ਕਹਿ ਸਕਦਾ ਕਿ 50% ਔਨ ਐਵਰੇਜ ਦੀ ਜਿਹੜੀ ਅੱਜ ਸਸਤੀ ਦਵਾਈ ਹੈ ਉਹ ਦਿੱਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਦਵਾਖਾਨੇ ਨੇ ਉੱਥੋਂ ਮਿਲ ਰਹੀ ਹੈ। ਕਾਕਾ ਸਾਹਿਬ, ਤੁਸੀਂ ਲਗਾਤਾਰ ਇੱਕ ਤੋਂ ਬਾਅਦ ਇੱਕ ਉਪਲਬਧੀਆਂ ਜ਼ਰੂਰ ਦੱਸ ਰਹੇ ਹੋ, ਪਰ ਕਿਤੇ ਨਾ ਕਿਤੇ ਜਦੋਂ ਅਸੀਂ ਖਬਰਾਂ ਦੇਖਦੇ ਹਾਂ, ਨਿਊਜ਼ਪੇਪਰਸ ਦੇਖਦੇ ਹਾਂ, ਤੇ ਵਿਰੋਧੀਆਂ ਦੇ ਹਮਲੇ ਹਰ ਰੋਜ਼ ਹੁੰਦੇ ਨੇ। ਕਿ ਅਸੀਂ ਇਹ ਮੰਨੀਏ ਕਿ ਵਿਰੋਧੀ ਨੇ ਵਿਰੋਧ ਕਰਨਗੇ, ਕਿਉਂਕਿ ਜੇਕਰ ਤੁਸੀਂ ਅੱਜ 5 ਸਾਲਾਂ ਬਾਅਦ ਕੋਈ ਹੋਰ ਪ੍ਰਧਾਨ ਬਣਦੇ ਨੇ, ਤੁਹਾਡੀ ਪਾਰਟੀ ਕੋਈ ਹੋਰ ਪ੍ਰਧਾਨ ਬਣਦੇ ਜਾਂ ਤੁਸੀਂ ਬਣਦੇ ਹੋ, ਇਹ ਵਿਰੋਧ ਲਗਾਤਾਰ ਚੱਲਦੇ ਆ ਰਹੇ। ਤੁਹਾਡੇ ਤੋਂ ਪਹਿਲਾਂ ਵੀ ਜਿਹੜੇ ਪ੍ਰਧਾਨ ਬਣੇ ਨੇ ਉਹਨਾਂ ਤੇ ਵੀ ਤੁਸੀਂ ਇਲਜ਼ਾਮ ਲਗਾਉਂਦੇ ਰਹੇ ਹੋ, ਉਹ ਤੁਹਾਡੇ ਤੇ ਇਲਜ਼ਾਮ ਲਗਾਉਂਦੇ ਰਹੇ ਨੇ। ਇਹ ਖੇਡ ਹਮੇਸ਼ਾ ਇਸੇ ਤਰ੍ਹਾਂ ਚੱਲਦੀ ਰਹੇਗੀ ਜਾਂ ਅਸੀਂ ਦੇਖ ਪਾਵਾਂਗੇ ਕਿ ਸਾਰੇ ਇਕਜੁੱਟ ਹੈਗੇ ਨੇ? ਦੇਖੋ, ਮੈਂ ਸਮਝਦਾ ਕਿ ਇੱਕ ਪੋਲੀਟੀਕਲ ਸਿਸਟਮ ਦੇ ਵਿੱਚ ਆਪੋਜੀਸ਼ਨ ਹੋਣੀ ਬਹੁਤ ਜ਼ਰੂਰੀ ਹੈ, ਔਰ ਆਪੋਜੀਸ਼ਨ ਦਾ ਵੀ ਇੱਕ ਰੋਲ ਹੁੰਦਾ ਹੈ ਕਿ ਉਹ ਇੱਕ ਹੈਲਦੀ ਆਪੋਜੀਸ਼ਨ ਕਰੇ, ਨਾ ਕਿ ਇੱਕ ਛੋਟੇ ਇਸ਼ੂਜ਼ ਦੇ ਉੱਤੇ ਰੋਜ਼ ਜਿਹੜੀਆਂ ਕਮੇਟੀਆਂ ਨੂੰ ਜਾਂ ਕੰਮ ਕਰਨ ਵਾਲਿਆਂ ਨੂੰ ਤੰਗ ਕੀਤਾ ਜਾਏ, ਤਾਂ ਕਿ ਉਹਦਾ ਕੋਈ ਇਸ਼ੂ ਨਾ ਮਤਲਬ ਜਿਹਦਾ ਕੋਈ ਮੈਨਾ ਨਾ ਹੋਏ, ਉਹ ਵਾਲੇ ਇਸ਼ੂਜ਼ ਚੁੱਕ ਕੇ ਰੋਜ਼ ਜਿਹੜੇ ਕੰਮ ਕਰਦੇ ਨੇ, ਉਹ ਗੱਲ ਠੀਕ ਨਹੀਂ ਹੈ। ਪਰਸਨਲ ਕਿਸੇ ਦੇ ਉੱਤੇ ਅਟੈਕ ਕਰਨੇ ਉਹ ਠੀਕ ਨਹੀਂ ਨੇ। ਅਗਰ ਕੋਈ ਇਹੋ ਜਿਹੇ ਇਸ਼ੂਜ਼ ਜਦੋਂ ਚੁੱਕਦੇ ਨੇ ਜਿਹਨੂੰ ਸਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਸਾਡੀ ਕਮੇਟੀ ਵੱਲੋਂ ਕੋਈ ਖਾਮੀ ਹੋਈ ਹੈ, ਤਾਂ ਮੈਂ ਸਮਝਦਾ ਕਿ ਅਸੀਂ ਸੰਗਤ ਦੇ ਜਦ ਵਿਊਜ਼ ਲੈਂਦੇ ਆ ਤਾਂ ਬੜਾ ਫਰਕ ਆਉਂਦਾ ਹੈ। ਇੱਕ ਬੰਦੇ ਨੇ ਪਰਸਨਲ ਲੈਵਲ ਦੇ ਉੱਤੇ ਇਸ਼ੂ ਉਠਾਇਆ ਔਰ ਇੱਕ ਸੰਗਤ ਦੇ ਲੈਵਲ ਦੇ ਉੱਤੇ, ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਜਿਹੜੇ ਵੀ ਪ੍ਰਬੰਧ ਅਸੀਂ ਚਲਾ ਰਹੇ ਹਾਂ, ਜਿਹੜੇ ਵੀ ਸਿਸਟਮ ਨੂੰ ਅਸੀਂ ਚਲਾ ਰਹੇ ਹਾਂ, ਉਹ ਪੂਰੀ ਗੁਰੂ ਮਰਿਆਦਾ ਦੇ ਵਿੱਚ ਹੋਣ। ਔਰ ਮੈਨੂੰ ਨਹੀਂ ਲੱਗਦਾ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਸੰਗਤ ਵੱਲੋਂ ਸਾਨੂੰ ਕਿਸੇ ਬੰਦੇ ਨੇ ਸਾਡੇ ਉੱਤੇ ਉਂਗਲ ਉਠਾਈ ਹੋਈ ਪਿਛਲੇ ਖਾਸ ਤੌਰ ਤੇ 1 ਸਾਲ ਦੇ ਉੱਤੇ ਕਿ ਮਰਿਆਦਾ ਦਾ ਕਿਧਰੇ ਕਾਂਡ ਕੀਤਾ। ਆਪੋਜੀਸ਼ਨ ਵਾਲਿਆਂ ਨੇ ਆਪਣੇ ਕੰਮ ਕਰਨੇ ਨੇ, ਆਪੋਜੀਸ਼ਨ ਦੇ ਲੋਕਾਂ ਨੂੰ ਤੇ ਸਕੂਲਾਂ ਦੇ ਵਿਦਿਅਕ ਅਦਾਰਿਆਂ ਦੇ ਵਿੱਚ ਪਈਆਂ ਮੂਰਤੀਆਂ ਵੀ ਠੀਕ ਨਹੀਂ ਲੱਗਦੀਆਂ, ਸੋ ਉਹਨਾਂ ਨੂੰ ਤੇ ਸਕੂਲਾਂ ਦੇ ਵਿੱਚ ਪਏ ਹੋਏ, ਅੱਜ ਅਸੀਂ ਇਸ ਕਾਲਜ ਵਿੱਚ ਬੈਠੇ ਹਾਂ, ਇਹੋ ਜਿਹੇ ਕਈ ਇੱਥੇ ਕਮਿਊਨਿਟੀ ਦੇ ਲੋਕ ਬੈਠੇ ਨੇ ਜਿਨ੍ਹਾਂ ਦੀ ਆਪਣੀ ਆਸਥਾ ਆਪਣੀ ਹੈ, ਮਗਰ ਇਹ ਅਸੀਂ ਕਿਸੇ ਦੇ ਉੱਤੇ ਜ਼ੋਰ ਜ਼ਬਰਦਸਤੀ ਨਹੀਂ ਕਰਦੇ। ਅਸੀਂ ਸਮਾਜ ਦੇ ਵਿੱਚ ਰਹਿ ਰਹੇ ਹਾਂ ਔਰ ਸਾਨੂੰ ਸਮਾਜਿਕ ਤੌਰ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਗੁਰਦੁਆਰਾ ਸਾਹਿਬ ਦੀ ਜੇਕਰ ਪ੍ਰਧਾਨਗੀ ਦੀ ਗੱਲ ਕਰੀਏ ਤਾਂ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਹਰ ਕੋਈ ਕਿਉਂ ਆਪਣੇ ਵੱਲ ਕਰਨਾ ਚਾਹੁੰਦਾ ਹੈ? ਗੁਰਦੁਆਰਾ ਇੱਕ ਸੇਵਾ ਹੈ। ਗੁਰਦੁਆਰਾ ਸਾਹਿਬ ਦੀ ਜਿਹੜੀ ਸੱਤਾ ਹੈ ਉਸ ਦੀ ਭੁੱਖ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਵਿਖਾਈ ਦੇ ਰਹੀ ਹੈ। ਸਿਰਫ ਭਾਰਤ ਦੀ ਗੱਲ ਨਹੀਂ ਕਰ ਰਿਹਾ, ਭਾਰਤ ਤੋਂ ਬਾਅਦ ਦੀ ਵੀ ਗੱਲ ਕਰਾਂਗਾ, ਕਿਉਂਕਿ ਉੱਥੇ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬ ਅਜਿਹੇ ਨੇ ਜਿੱਥੇ ਕਿ ਗੁਰਦੁਆਰੇ ਦੀ ਸੱਤਾ ਹਰ ਕੋਈ ਆਪਣੇ ਹੱਥ ਵਿੱਚ ਰੱਖਣਾ ਚਾਹੁੰਦਾ ਹੈ। ਅਗਰ ਕਿਸੇ ਨੂੰ ਸੱਤਾ ਮਿਲ ਜਾਂਦੀ ਹੈ ਉਹ ਖੁਸ਼ ਹੈ, ਜਿਸ ਨੂੰ ਸੱਤਾ ਨਹੀਂ ਮਿਲਦੀ ਉਹਦੇ ਕੋਲ ਪੈਸਾ ਹੈ, ਇੱਕ ਨਵਾਂ ਗੁਰਦੁਆਰਾ ਸਾਹਿਬ ਸੁਸ਼ੋਭਿਤ ਕਰ ਲਿਆ ਜਾਂਦਾ ਹੈ ਜਾਂ ਇੱਕ ਨਵੀਂ ਪਾਰਟੀ ਬਣਾ ਲਈ ਜਾਂਦੀ ਹੈ ਕਿ ਹੁਣ ਮੈਂ ਸੱਤਾ ਲਈ ਇੱਕ ਨਵੀਂ ਜੰਗ ਲੜਾਂਗਾ ਇੱਕ ਨਵੀਂ ਪਾਰਟੀ ਦੇ ਜ਼ਰੀਏ। ਕੀ ਇਹ ਸਹੀ ਗੱਲ ਹੈ? ਦੇਖੋ, ਜਿੱਥੇ ਅਸੀਂ ਪੋਲਿਟਿਕਸ ਦੀ ਗੱਲ ਕਰੀਏ ਔਰ ਧਰਮ ਦੇ ਨਾਲ ਗੱਲ ਕਰੀਏ, ਕੋਈ ਇਹ ਅੱਜ ਦੀ ਗੱਲ ਨਹੀਂ ਹੈ।
ਇਹ ਗੁਰੂ ਸਾਹਿਬਾਨ ਦੇ ਵਕਤ ਤੋਂ ਸਾਨੂੰ ਗੁੜਤੀ ਮਿਲੀ ਹੈ ਕਿ ਧਰਮ ਤੇ ਰਾਜਨੀਤੀ ਨੂੰ ਅਸੀਂ ਬਰਾਬਰ ਤਾਂ ਲੈ ਕੇ ਚੱਲਣਾ ਹੈ। ਮਗਰ ਗੁਰੂ ਸਾਹਿਬ ਨੇ ਇੱਕ ਸਾਨੂੰ ਸੰਦੇਸ਼ ਦਿੱਤਾ, ਜਦ ਵੀ ਜਿਹੜੀ ਰਾਜਨੀਤੀ ਹੈ ਉਹ ਹਮੇਸ਼ਾ ਧਰਮ ਦੇ ਤਾਬਿਆਂ ਤੇ ਰਹਿਣੀ ਚਾਹੀਦੀ ਹੈ, ਧਰਮ ਤੋਂ ਥੱਲੇ ਰਹਿਣੀ ਚਾਹੀਦੀ ਹੈ। ਔਰ ਜਿਹੜਾ ਬੰਦਾ ਆਪਣੇ ਧਰਮ ਤੋਂ ਉੱਪਰ ਉੱਠ ਕੇ ਰਾਜਨੀਤੀ ਨੂੰ ਹਾਵੀ ਕਰੇਗਾ ਤੇ ਉਹਦੇ ਵਿੱਚ ਨੁਕਸਾਨ ਕੌਮ ਦਾ ਹੋਏਗਾ ਹੀ ਹੋਏਗਾ, ਔਰ ਇਹ ਅਮੂਮਨ ਹੁੰਦਾ ਰਿਹਾ। ਮਗਰ ਮੈਂ ਸਮਝਦਾ ਹਰ ਇੱਕ ਦੀ ਇਹ ਆਪਣੀ ਮਾਨਸਿਕ ਸਥਿਤੀ ਹੈ। ਮੇਰੇ ਦਿਲ ਦਿਮਾਗ 'ਚ ਅੱਜ ਤੱਕ ਇਹੋ ਜਿਹੀ ਕੋਈ ਗੱਲ ਨਹੀਂ ਆਈ ਕਿ ਮੈਂ ਆਪਣੀ ਧਾਰਮਿਕ ਚੀਜ਼ਾਂ ਨੂੰ ਪਿੱਛੇ ਹਟਾ ਕੇ ਇਹਨੂੰ ਜਿਹੜੀ ਰਾਜਨੀਤੀ ਹੈ ਉਹਨੂੰ ਹਾਵੀ ਰੱਖਾਂ, ਕਿਉਂਕਿ ਮੇਰੇ ਕੋਲ ਓਪਰਚੁਨਿਟੀਜ਼ ਹੈਗੀਆਂ ਸੀ। ਜਦ ਮੈਂ ਐਮਐਲਏ ਬਣਿਆ ਉਸ ਤੋਂ ਬਾਅਦ ਮੈਂ ਦੁਬਾਰਾ ਐਮਐਲਏ ਵੀ ਬਣ ਸਕਦਾ ਸੀ। ਲਾਸਟ ਇਲੈਕਸ਼ਨਸ ਜਿਹੜੀਆਂ ਕੰਟੈਸਟ ਹੋਈਆਂ ਦਿੱਲੀ 'ਚ ਐਮਸੀਡੀ ਦੀਆਂ, ਮੇਰੀ ਵਾਈਫ ਜਿਹੜੀ ਹੈ ਸਿਟਿੰਗ ਕਾਉਂਸਲਰ ਸੀ, ਮੈਂ ਦੁਬਾਰਾ ਵੀ ਲੜਾ ਸਕਦਾ ਸੀ, ਮੈਨੂੰ ਪਾਰਟੀ ਨੇ ਕਿਹਾ ਵੀ। ਬਟ ਜਦ ਮੈਨੂੰ ਸੰਗਤ ਨੇ ਔਰ ਗੁਰੂ ਮਹਾਰਾਜ ਨੇ ਗੁਰੂ ਘਰ ਦੀਆਂ ਸੇਵਾਵਾਂ ਦਿੱਤੀਆਂ ਤਾਂ ਮੈਂ ਇਸ ਵੱਡੀ ਰਾਜਨੀਤੀ ਤੋਂ ਪਿੱਛੇ ਹਟ ਕੇ ਆਪਣੀ ਸੇਵਾ ਵੱਲ ਪਾਸੇ ਸਟੈਂਡ ਲਿਆ। ਸੋ ਇਹ ਹਰ ਇੱਕ ਦੀ ਆਪਣੀ ਮਾਨਸਿਕ ਸਥਿਤੀ ਹੈ। ਮੈਂ ਕਹਿ ਨਹੀਂ ਸਕਦਾ ਇਹਦੇ ਬਾਰੇ ਕਿ ਕਿਉਂ ਕਿਸੇ ਦੇ ਉੱਤੇ ਰਾਜਨੀਤੀ ਭਾਰੀ ਹੁੰਦੀ ਹੈ, ਮਗਰ ਰਾਜਨੀਤੀ ਭਾਰੀ ਹੋਣ ਕਰਕੇ ਸਾਡੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ, ਜਿਹਦਾ ਜੀਤਾ ਜਾਗਤਾ ਸਬੂਤ ਅੱਜ ਪੂਰਾ ਪੰਜਾਬ ਦੇਖ ਰਿਹਾ। ਪਰ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਹਾਰ, ਕਿਉਂਕਿ ਜਦੋਂ ਉਹਨਾਂ ਦੇ ਸਿਰ ਤੇ ਆਂਦੀ ਹੈ ਤਾਂ ਉਹ ਫਿਰ ਦੂਸਰੀ ਪਾਰਟੀਆਂ ਨਾਲ ਹੱਥ ਵੀ ਮਿਲਾਉਣ ਵਿੱਚ ਪਿੱਛੇ ਨਹੀਂ ਹਟਦੇ ਕਿ ਕਿਤੇ ਨਾ ਕਿਤੇ ਹੋ ਸਕਦਾ ਮੈਨੂੰ ਜਿਹੜੀ ਦੂਸਰੀ ਪਾਰਟੀ ਹੈ ਇਹਦਾ ਸਾਥ ਮਿਲ ਜਾਏਗਾ ਤੇ ਸ਼ਾਇਦ ਮੈਨੂੰ ਇਸ ਕੁਰਸੀ ਤੇ ਜਿਹੜੀ ਭੁੱਖ ਜਿਹੜੀ ਹੈ ਮੇਰੀ ਮਿਟ ਜਾਏਗੀ। ਦੇਖੋ, ਇਹ ਤੇ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਕਿ ਜਿਹਦੀ ਆਪਣੀ ਮਾਨਸਿਕ ਸੋਚ ਹੈ ਕਿ ਮੈਂ ਤੇ ਇੱਕ ਗੱਲ ਇਹ ਸਮਝ ਕੇ ਚੱਲਦਾ ਕਿ ਇੱਕ ਛੋਟੇ ਜਿਹੇ ਸਫ਼ਰ ਦੇ ਵਿੱਚ 8 ਸਾਲਾਂ ਦੇ ਵਿੱਚ ਜਦ ਮੈਂ ਆਪਣਾ 2013 ਵਿੱਚ ਮੇਨ ਪੋਲੀਟੀਕਲ ਕੈਰੀਅਰ ਸ਼ੁਰੂ ਕੀਤਾ ਔਰ 8 ਸਾਲਾਂ ਵਿੱਚ ਮੈਂ ਦਿੱਲੀ ਕਮੇਟੀ ਦੀ ਸਾਰੀਆਂ ਪੋਸਟਾਂ ਤੇ ਪਹੁੰਚਾਇਆ, ਤੇ ਇਹਦੇ ਵਿੱਚ ਮੈਂ ਆਪਣੀ ਕੋਈ ਸਿਆਣਪ ਨਹੀਂ ਸਮਝਦਾ। ਇਹ ਗੁਰੂ ਮਹਾਰਾਜ ਦਾ ਕਿਰਪਾ, ਗੁਰੂ ਮਹਾਰਾਜ ਦੇ ਹੱਥ ਹੋਏ ਤਾਂ ਹੁੰਦਾ। ਔਰ ਜਦ ਗੁਰੂ ਨੇ ਸੇਵਾ ਦੇਣੀ ਹੈ ਉਹਦੇ ਵਿੱਚ ਤੁਸੀਂ ਜਿੰਨੀ ਮਰਜ਼ੀ ਤੋੜ ਜੋੜ ਕਰ ਲਓ, ਸੇਵਾ ਜਿਹਨੂੰ ਗੁਰੂ ਮਹਾਰਾਜ ਨੇ ਲਿਖੀ ਹੈ ਉਹਨੂੰ ਮਿਲ ਜਾਣੀ ਹੈ, ਅਗਰ ਅਸੀਂ ਸੇਵਾ ਦੇ ਰੂਪ 'ਚ ਚੱਲੀਏ। ਰਾਜਨੀਤੀ ਕਰਨ ਵਾਸਤੇ ਤੇ ਹਰ ਇੱਕ ਦੇ ਆਪਣੇ ਆਪਣੇ ਦਾਅ ਪੇਚ ਹੁੰਦੇ ਨੇ, ਸੋ ਉਹਨਾਂ ਦੀ ਆਪਣੀ ਇਹ ਜ਼ਿੰਮੇਵਾਰੀਆਂ, ਆਪਣੀ ਸੋਚ ਹੈ ਜਿਹਦੇ ਬਾਰੇ ਕੋਈ ਹੋਰ ਦੂਸਰਾ ਬੰਦਾ ਕਮੈਂਟ ਨਹੀਂ ਕਰ ਸਕਦਾ। ਠੀਕ ਹੈ, ਰਾਜਨੀਤੀ ਤੋਂ ਥੋੜਾ ਜਿਹਾ ਉੱਪਰ ਉੱਠਦੇ ਹਾਂ। ਇੱਥੇ ਅਸੀਂ ਗੱਲ ਕਰਾਂਗੇ ਨਸਲੀ ਭੇਦਭਾਵ ਦੀ। ਨਸਲੀ ਭੇਦਭਾਵ ਜੇਕਰ ਅਸੀਂ ਭਾਰਤ ਵਿੱਚ ਦੇਖੀਏ ਤਾਂ ਹੈਗਾ, ਲੇਕਿਨ ਇਹਦੀ ਆਵਾਜ਼ ਬੁਲੰਦ ਤਰੀਕੇ ਨਾਲ ਨਹੀਂ ਚੁੱਕੀ ਜਾਂਦੀ। ਪਰ ਜਦੋਂ ਅਸੀਂ ਬਾਹਰਲੇ ਮੁਲਕਾਂ ਵੱਲ ਦੇਖਦੇ ਹਾਂ, ਚਾਹੇ ਉਹ ਬਲੈਕ ਕਮਿਊਨਿਟੀ ਹੋਵੇ, ਏਸ਼ੀਅਨ ਕਮਿਊਨਿਟੀ ਹੋਵੇ, ਕਿਤੇ ਨਾ ਕਿਤੇ ਉੱਥੇ ਵੀ ਨਸਲਵਾਦ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਔਰ ਜਦੋਂ ਅਸੀਂ ਦਸਤਾਰ ਦੇ ਨਾਲ ਸਾਹਮਣੇ ਕਿਸੇ ਦੇ ਰੂਬਰੂ ਹੁੰਦੇ ਹਾਂ, ਫਿਰ ਭਾਵੇਂ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਯੂਕੇ ਦੀ, US ਦੀ ਜਾਂ ਕੈਨੇਡਾ ਦੀ, ਹਰ ਪਾਸੇ ਨਸਲੀ ਭੇਦਭਾਵ ਬਹੁਤ ਜ਼ਿਆਦਾ ਹੈਗਾ। ਰੇਸਿਜ਼ਮ ਅਟੈਕ ਵੀ ਹੋ ਰਹੇ ਨੇ ਸਰਦਾਰਾਂ ਤੇ, ਔਰ ਸਾਡੇ ਬੱਚੇ ਬੁਲੀ ਦਾ ਲਗਾਤਾਰ ਸ਼ਿਕਾਰ ਹੋ ਰਹੇ ਨੇ। ਕੀ ਦਿੱਲੀ ਕਮੇਟੀ ਅਜਿਹੀ ਕੋਈ ਆਵਾਜ਼ ਚੁੱਕਦੀ, ਬੁਲੰਦ ਕਰਦੀ ਦਿਖਾਈ ਦਿੰਦੀ ਹੈ? ਕਿਉਂਕਿ ਇਹ ਸਿਰਫ ਤਾਂ ਹੀ ਮੁੱਦੇ ਉਠਾਏ ਜਾਂਦੇ ਨੇ ਜਦੋਂ ਕੋਈ ਸਾਡੇ ਕੋਲ ਖਬਰ ਆ ਜਾਂਦੀ ਹੈ ਕਿ ਹਾਂ ਕਿ ਫਲਾਣੀ ਕੋਈ ਜਗ੍ਹਾ ਤੇ ਇੱਕ ਬੱਚੇ ਨਾਲ ਇਸ ਤਰ੍ਹਾਂ ਦਸਤਾਰ ਉਤਾਰੀ ਗਈ ਹੈ ਜਾਂ ਕਿਸੇ 에ਅਰਪੋਰਟ ਤੇ ਕੁਝ ਇਸ ਤਰ੍ਹਾਂ ਹੋਇਆ ਹੈ। ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਇਹ ਇੰਟਰਨੈਸ਼ਨਲ ਪੱਧਰ ਤੇ ਇਸ ਦੀ ਆਵਾਜ਼ ਚੁੱਕੀ ਜਾਣੀ ਚਾਹੀਦੀ ਹੈ? ਅਸੀਂ ਜੇਕਰ ਆਪਣੇ ਪ੍ਰਾਈਮ ਮਿਨਿਸਟਰ ਦੀ ਵੱਲ ਦੇਖੀਏ ਤਾਂ ਪ੍ਰਾਈਮ ਮਿਨਿਸਟਰ ਨੂੰ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਉਹਨਾਂ ਕੋਲ ਅਜਿਹਾ ਕੋਈ ਕਦੀ ਮੁੱਦਾ ਪਹੁੰਚਿਆ। ਦੇਖੋ, ਇਹ ਤੁਸੀਂ ਕੀ ਸਿੱਧੀ ਗੱਲ ਕਰ ਰਹੇ ਹੋ ਕਿ ਇੰਟਰਨੈਸ਼ਨਲ ਲੈਵਲ ਤੇ ਇਹਦਾ ਮੁੱਦਾ ਚੁੱਕਣਾ ਚਾਹੀਦਾ। ਮੇਰੇ ਹਿਸਾਬ ਦੇ ਨਾਲ ਜਿਹੜੀ ਇੱਕ ਕਹਾਵਤ ਹੈ ਕਿ ਚੈਰਿਟੀ ਬਿਗਿਨਸ ਫਰੋਮ ਹੋਮ, ਇਹ ਮੁੱਦਾ ਪਹਿਲੇ ਘਰੋਂ ਚੁੱਕਣਾ ਚਾਹੀਦਾ, ਕਿਉਂਕਿ ਜਿਸ ਤੁਸੀਂ ਨਸਲਵਾਦੀ ਦੀ ਗੱਲ ਕਰ ਰਹੇ ਹੋ, ਇਹ ਸਭ ਤੋਂ ਪਹਿਲਾਂ ਜਾਤ ਪਾਤ ਤੋਂ ਸ਼ੁਰੂ ਹੁੰਦੀ ਹੈ ਜੀ। ਔਰ ਇਹ ਜਾਤ ਪਾਤ ਜਿਹੜੀ ਹੈ, ਗੁਰੂ ਮਹਾਰਾਜ ਨੇ ਸਾਨੂੰ ਖੰਡੇ ਬਾਟੇ ਦੀ ਪੌਲ ਚਕਾ ਕੇ ਜਿਹੜੀ ਖਤਮ ਕੀਤੀ, ਅਸੀਂ ਅੱਜ ਵਾਪਸ ਉਹਦੇ 'ਚ ਵੜ ਗਏ। ਔਰ ਇਹਦਾ ਸਭ ਤੋਂ ਜੀਤਾ ਜ਼ਿਆਦਾ ਸਬੂਤ ਜਿਹੜੀ ਮੈਂ ਤੁਹਾਨੂੰ ਸ਼ੁਰੂਆਤ ਕੀਤੀ ਹੈ ਕਿ ਧਰਮ ਪ੍ਰਚਾਰ ਦੀ ਲਹਿਰ ਕਰਦੇ ਵਕਤ ਸਭ ਤੋਂ ਪਹਿਲਾ ਮੋਟਿਵ ਇਹੀ ਰੱਖਿਆ ਗਿਆ ਕਿ ਜਿਹੜੀ ਅਸੀਂ ਪ੍ਰੋਗਰਾਮ ਧੰਨ ਲਿਖਾਰੀ ਨਾਨਕਾ ਕਰ ਰਹੇ ਹਾਂ 36 ਬਾਣੀਕਾਰਾਂ ਦੇ ਉੱਤੇ, ਸਿਰਫ ਮੈਸੇਜ ਹੀ ਇਹੀ ਦੇਣ ਵਾਸਤੇ ਕਿ ਭਾਵੇਂ ਕੋਈ ਵੀ ਜਾਤ ਦਾ ਲੋਕ ਹੋਏ, ਗੁਰੂ ਮਹਾਰਾਜ ਨੇ ਹਰ ਇੱਕ ਨੂੰ ਵੱਡਾ ਦਰਜਾ ਦਿੱਤਾ। ਔਰ ਜਿਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਭਗਤ ਰਵਿਦਾਸ ਨੂੰ ਅਸੀਂ ਮੱਥਾ ਟੇਕਦੇ ਹਾਂ ਤੇ ਅਸੀਂ ਰਵਿਦਾਸੀਆਂ ਨੂੰ ਆਪਣੇ ਤੋਂ ਦੂਰ ਕਿਸ ਤਰ੍ਹਾਂ ਕਰ ਸਕਦੇ ਹਾਂ? ਐਸੀ ਤਰੀਕੇ ਨਾਲ ਭਗਤ ਨਾਮਦੇਵ ਦੀ ਅਸੀਂ ਗੱਲ ਕਰੀਏ, ਜਿਹਨੂੰ ਸ਼ੂਦਰ ਕਿਹਾ ਜਾਂਦਾ, ਤੇ ਅਸੀਂ ਅੱਜ ਸ਼ੂਦਰਾਂ ਨੂੰ ਆਪਣੇ ਤੋਂ ਦੂਰ ਕਰਨਾ ਸ਼ੁਰੂ ਕਰਤਾ। ਇਹ ਹੀ ਜਿਹੜਾ ਕਾਰਨ ਹੋਇਆ ਸਿੱਖੀ ਦਾ, ਮੈਂ ਸਮਝਦਾ ਇਸੇ ਕਰਕੇ ਹੋਇਆ ਕਿ ਜਦ ਅਸੀਂ ਇਹਨਾਂ ਲੋਕਾਂ ਨੂੰ ਆਪਣੇ ਤੋਂ ਦੂਰ ਕਰਤਾ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਰਹੇ ਮਗਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨੇ। ਔਰ ਇਹ ਲੋਕ ਜਦ, ਕਿਉਂਕਿ ਉਹਨਾਂ ਨੇ ਨਤਮਸਤਕ ਹੋਣਾ ਸੀ, ਉਹਨਾਂ ਨੇ ਕਿਸੇ ਨਾ ਕਿਸੇ ਗੁਰੂ ਨੂੰ ਮੰਨਣਾ ਸੀ, ਉਹ ਜਿਨ੍ਹਾਂ ਨੂੰ ਪਿੰਡਾਂ ਚੋਂ ਬਾਹਰ ਕੱਢਦਾ ਗਿਆ ਕਿ ਤੁਸੀਂ ਇਸ ਗੁਰਦੁਆਰੇ ਦੇ ਵਿੱਚ ਨਹੀਂ ਜਾਣਾ, ਉਹਨਾਂ ਨੇ ਕਿਧਰੇ ਨਾ ਕਿਸੇ ਸੰਤ ਬਾਬੇ ਨੂੰ ਫੜ ਲਿਆ, ਉਹਨਾਂ ਨੇ ਕਿਸੇ ਨਾ ਕਿਸੇ ਕ੍ਰਿਸਚੈਨਿਟੀ ਵੱਲ ਚਲੇ ਗਏ। ਇਹ ਸਭ ਤੋਂ ਵੱਡੀ ਜਿਹੜਾ ਨੁਕਸਾਨ ਹੈ ਉਹ ਕਮਿਊਨਿਟੀ ਦਾ ਇੱਥੋਂ ਹੋਇਆ ਕਿ ਜਿੱਥੇ ਸਾਡੇ ਭਰਾ ਜਿਹੜੀ ਹਜ਼ਾਰਾਂ ਨਹੀਂ ਕਰੋੜਾਂ, ਕਈ ਕਰੋੜਾਂ ਦੇ ਵਿੱਚ ਹੋ ਸਕਦੇ ਸੀ, ਅੱਜ ਚੰਦ ਕਰੋੜਾਂ ਦੇ ਵਿੱਚ ਰਹਿ ਗਏ ਆ, ਕਿਉਂਕਿ ਅਸੀਂ ਦੂਰ ਕਰਤਾ ਆਪਣੇ ਤੋਂ। ਅਸੀਂ ਉਹਨਾਂ ਸਿੱਖਾਂ ਨੂੰ ਦੂਰ ਕਰਤਾ ਜਿਨ੍ਹਾਂ ਨੇ ਗੁਰੂ ਘਰ ਵਸੇ, ਗੁਰੂ ਘਰ ਬਚਾਉਣ ਵਸੇ,
ਗੁਰੂ ਮਹਾਰਾਜ ਦੀਆਂ ਸੇਵਾਵਾਂ ਕੀਤੀਆਂ, ਅੱਜ ਬੰਜਾਰਾ ਸਮਾਜ ਸਾਡੇ ਤੋਂ ਦੂਰ ਹੋ ਗਿਆ। ਅੱਜ ਤੁਸੀਂ ਜਿਹੜੇ ਲੁਬਾਣਾ ਸਮਾਜ ਹੈ ਬਹੁਤ ਸਾਡੇ ਤੋਂ ਪਿੱਛੇ ਹਟਦਾ ਜਾ ਰਿਹਾ, ਕਿਉਂਕਿ ਅਸੀਂ ਨਾ ਮੱਖਣ ਸ਼ਾਹ ਲੁਬਾਣੇ ਦੀ ਕੁਰਬਾਨੀ ਸਮਝ ਸਕੇ, ਨਾ ਲੱਕੀ ਸ਼ਾਹ ਬੰਜਾਰੇ ਦਾ ਇਤਿਹਾਸ ਲੋਕਾਂ ਨੂੰ ਦੱਸ ਸਕੇ। ਸੋ ਜਿਹੜੀ ਕਮਿਊਨਿਟੀਜ਼ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ, ਖਾਸ ਤੌਰ ਤੇ ਮੈਂ ਸਿੱਖ ਕਮਿਊਨਿਟੀ ਦੀ ਗੱਲ ਕਰਾਂਗਾ, ਕਿ ਅਸੀਂ ਇੰਨਾ ਵੱਡਾ ਇਤਿਹਾਸ ਬਣਾਇਆ, ਹਿਸਟਰੀ ਬਣਾਈ, ਮਗਰ ਅਸੀਂ ਉਹਨੂੰ ਸਾਂਭ ਨਹੀਂ ਸਕੇ, ਅਸੀਂ ਆਪਣੇ ਬੱਚਿਆਂ ਨੂੰ ਦੱਸ ਨਹੀਂ ਸਕੇ। ਔਰ ਇਹ ਉਪਰਾਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਦੁਬਾਰਾ ਸ਼ੁਰੂ ਕੀਤਾ। ਜਿਸ ਤਰੀਕੇ ਦੇ ਨਾਲ ਮੈਂ ਗੱਲ ਤੁਹਾਨੂੰ ਹੁਣੇ ਕੀਤੀ ਹੈ ਧੰਨ ਲਖਾਰੀ ਨਾਨਕੇ ਦੀ, ਇਸੇ ਤਰੀਕੇ ਦੇ ਨਾਲ ਅੱਜ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਅਗਰ ਕੋਈ ਡਿਜੀਟਲ ਪਲੇਟਫਾਰਮ ਹੈਗਾ ਕਿਸੇ ਪਾਰਟੀ ਕਿਸੇ ਕਮਿਊਨਿਟੀ ਦਾ, ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਹੈ, ਕਿ ਜਿੱਥੇ ਅਸੀਂ ਆਪਣੀਆਂ ਸ਼ਾਰਟ ਫਿਲਮਸ ਬਣਾ ਕੇ ਆਪਣੇ ਗੁਰੂ ਇਤਿਹਾਸ ਦੀਆਂ, ਆਪਣੇ ਉਹਨਾਂ ਸਿੰਘਾਂ ਦੀਆਂ ਕੁਰਬਾਨੀਆਂ ਦੀ ਆਪਣੇ ਬੱਚਿਆਂ ਨੂੰ ਦੱਸ ਰਹੇ ਹਾਂ, ਕਿ ਅਸੀਂ ਆਪਣੇ ਬੱਚਿਆਂ ਨੂੰ ਜਿਸ ਵਕਤ ਇਹਦੇ ਉੱਤੇ ਦੱਸਾਂਗੇ, ਇਸ ਕੁਰਬਾਨੀਆਂ ਬਾਰੇ, ਸਾਹਿਬਜ਼ਾਦਿਆਂ ਦੇ ਬਾਰੇ ਗੱਲ ਦੱਸਾਂਗੇ, ਤੇ ਕੋਈ ਬੱਚਾ ਆਪਣੀ ਕਮਿਊਨਿਟੀ ਤੋਂ ਬਾਹਰ ਨਹੀਂ ਹੋ ਸਕਦਾ। ਲੇਕਿਨ ਇੰਟਰਨੈਸ਼ਨਲ ਲੈਵਲ ਦੀ ਗੱਲ ਕੀਤੀ ਜਾਏ ਤਾਂ ਇੰਟਰਨੈਸ਼ਨਲ ਲੈਵਲ ਤੇ ਬਹੁਤ ਸਾਰੀਆਂ NGOs ਹੈਗੀਆਂ ਨੇ, ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਨੇ, ਸਿੱਖ ਸੁਸਾਇਟੀਜ਼ ਹੈਗੀਆਂ ਨੇ, ਵੱਖ-ਵੱਖ ਜਥੇਬੰਦੀਆਂ ਦਾ ਇਹੀ ਕਹਿਣਾ ਹੈ, ਕਿਉਂਕਿ ਅਸੀਂ ਜਦੋਂ ਵਾਰ-ਵਾਰ ਉਹਨਾਂ ਨਾਲ ਇੰਟਰਵਿਊਜ਼ ਕਰਦੇ ਹਾਂ, ਉਹਨਾਂ ਦਾ ਵਾਰ-ਵਾਰ ਇਹੀ ਕਹਿਣਾ ਕਿ ਅਸੀਂ ਆਪਣੇ ਵੱਲੋਂ ਲੱਖ ਕੋਸ਼ਿਸ਼ਾਂ ਕਰ ਰਹੇ ਹਾਂ। ਤੁਹਾਨੂੰ ਲੱਗਦਾ ਹੈ ਕਿ ਉਹ ਕੋਸ਼ਿਸ਼ਾਂ ਕਾਫੀ ਨੇ? ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਜਿਵੇਂ ਤੁਸੀਂ ਕਿਹਾ ਕਿ ਅਸੀਂ ਆਪਣੇ ਘਰ ਤੋਂ ਹੀ ਆਪਣੇ ਬੱਚਿਆਂ ਨੂੰ ਨਹੀਂ ਦੱਸ ਪਾ ਰਹੇ, ਲੇਕਿਨ ਫਿਰ ਅਸੀਂ ਹੋਰਨਾਂ ਕਮਿਊਨਿਟੀਜ਼ ਨੂੰ ਕਿਵੇਂ ਦੱਸਾਂਗੇ? ਜੇਕਰ ਅਸੀਂ ਵਾਈਟ ਕਮਿਊਨਿਟੀ ਦੀ ਗੱਲ ਕਰੀਏ, ਬਲੈਕ ਕਮਿਊਨਿਟੀ ਦੀ ਗੱਲ ਕਰੀਏ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਅੱਜ ਮੈਂ ਖੁੱਲੇ ਵਿੱਚ ਕਹਿ ਸਕਦਾ ਕਿ ਅੱਜ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਇਸ ਦਸਤਾਰ ਦੀ ਵੈਲਿਊ ਕੀ ਹੈ, ਅਸੀਂ ਕਿਉਂ ਬਣ ਰਹੇ ਹਾਂ। ਉਹ ਸਾਨੂੰ ਕਿਸੇ ਨਾ ਕਿਸੇ ਹੋਰ ਧਰਮ ਨਾਲ ਜੋੜ ਕੇ ਵੇਖ ਰਹੇ ਨੇ, ਜਿਸ ਕਰਕੇ ਸਾਡੇ ਬੱਚੇ ਬੁਲੀ ਦਾ ਸ਼ਿਕਾਰ ਹੋ ਰਹੇ ਨੇ, ਔਰ ਸਾਡੇ ਬੱਚੇ ਜਿਹੜੇ ਨੇ ਦਸਤਾਰ ਪਾਉਣ ਤੋਂ ਕਤਰਾਉਂਦੇ ਨਜ਼ਰ ਆ ਰਹੇ ਨੇ। ਦੇਖੋ, ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਮੈਂ ਹੁਣ ਇਸ ਸਟੇਜ ਤੇ ਬੈਠ ਕੇ ਉਹਦਾ ਉੱਪਰ ਜਿਹਾ ਬਿਆਨ ਨਹੀਂ ਦੇ ਸਕਦਾ ਕਿ ਇਹਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਕਿਹਦੀ ਬਣਦੀ ਸੀ ਜੀ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਦ ਅਸੀਂ ਨਾਮ ਲੈਂਦੇ ਆ ਕਿਸੇ ਆਪਣੀ ਸਭ ਤੋਂ ਵੱਡੀ ਸੰਸਥਾ ਦਾ, ਉਹਨੂੰ ਸ਼੍ਰੋਮਣੀ ਕਹਿੰਦੇ ਆ, ਤੇ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ ਉਹ ਕਿਤੇ ਪੂਰੀ ਨਾ ਹੋਈਆਂ, ਤੇ ਇਹ ਜਿਹੜੀ ਹੈ ਪ੍ਰਥਾ ਅੱਗੋਂ ਚਲਦੀ ਚਲੇਗੀ। ਮਗਰ ਮੈਂ ਸਮਝਦਾ ਕਿ ਆਪਾਂ ਕਿਸੇ ਬਲੇਮ ਗੇਮ ਵਿੱਚ ਨਾ ਜਾਈਏ, ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਜੋ ਇੱਥੇ ਤੱਕ ਸਾਨੂੰ ਜ਼ਿੰਮੇਵਾਰੀ ਮਿਲੀ ਹੈ ਅਸੀਂ ਉਹਨੂੰ ਨਿਭਾ ਰਹੇ ਹਾਂ। ਜਿਹੜੀ NGO ਸਾਡੇ ਨਾਲ ਹੱਥ ਮਿਲਾਉਂਦੀਆਂ ਨੇ, ਜਿਹਦੀ ਕਹਿੰਦੀਆਂ ਨੇ ਕਿ ਗੁਰੂ ਘਰ ਲਈ ਅਸੀਂ ਕੋਈ ਕਾਰਜ ਕਰਨਾ, ਅਸੀਂ ਉਹਨਾਂ ਦਾ ਸਪੋਰਟ ਕਰਦੇ ਹਾਂ, ਮਗਰ ਇਹਨੂੰ ਬੜੇ ਵੱਡੇ ਪੱਧਰ ਦੇ ਉੱਤੇ ਅਵੇਅਰਨੈਸ ਦੀ ਲੋੜ ਹੈ। ਅਸੀਂ ਆਪਣੇ ਬੱਚਿਆਂ ਨੂੰ, ਮੈਂ ਸਮਝਦਾ ਕਿ ਜਿਹੜਾ ਬੱਚਾ ਅੱਜ ਖਾਸ ਤੌਰ ਤੇ ਪੰਜਾਬ ਤੋਂ ਬਾਹਰ ਹੋ ਗਿਆ, ਉਹਨੇ ਫਿਰ ਕਿਧਰੇ ਨਾ ਕਿਧਰੇ ਸਿੱਖੀ ਸੰਭਾਲ ਲਈ ਹੈ, ਮਗਰ ਜਿਹੜੇ ਬੰਦੇ ਅੱਜ ਪੰਜਾਬ ਦੇ ਵਿੱਚ ਨੇ, ਕਿਉਂਕਿ ਅਸੀਂ ਉਸ ਕਲਚਰ ਨੂੰ ਹੀ ਨਹੀਂ ਸੰਭਾਲ ਪਾ ਰਹੇ ਜਿਹੜਾ ਕਲਚਰ ਸਾਡੇ ਬਜ਼ੁਰਗਾਂ ਨੇ ਇੱਕ ਮੇਨਟੇਨ ਕਰਕੇ ਰੱਖਿਆ ਸੀ, ਜਿਹਦੇ ਕਰਕੇ ਲੋਕਾਂ ਦੀਆਂ ਆਸਥਾਵਾਂ ਜੁੜਦੀਆਂ ਸੀ। ਸੋ ਜਿਹਦੀ ਆਸਥਾ ਆਪਣੇ ਧਰਮ ਪ੍ਰਤੀ ਨਹੀਂ ਹੋਏਗੀ, ਉਹ ਮੇਰੇ ਖਿਆਲ ਗੁਰੂ ਤੋਂ ਬੇਮੁਖ ਹੋਏਗਾ ਹੀ ਹੋਏਗਾ। ਇੱਕ ਆਖਰੀ ਸਵਾਲ ਜ਼ਰੂਰ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ, ਕਿਉਂਕਿ ਅਸੀਂ ਜਦੋਂ ਵੱਖ-ਵੱਖ ਗੁਰਦੁਆਰੇ ਸਾਹਿਬਾਨਾਂ ਵਿੱਚ ਜਦੋਂ ਇੱਕ ਹੋੜ ਦੇਖਦੇ ਹਾਂ ਪ੍ਰਧਾਨਗੀ ਦੀ, ਉਸ ਹੋੜ ਨੂੰ ਹਾਸਲ ਕਰਨ ਦੇ ਲਈ ਅਸੀਂ ਝਿਜਕਦੇ ਨਹੀਂ। ਗੁਰਦੁਆਰਾ ਸਾਹਿਬਾਨਾਂ ਵਿੱਚ ਤਲਵਾਰਾਂ ਵੀ ਅਸੀਂ ਚਲਦੀਆਂ ਵੇਖੀਆਂ ਨੇ, ਬਹੁਤ ਸਾਰੀਆਂ ਵਾਇਰਲ ਵੀਡੀਓਜ਼ ਵੀ ਇਸ ਤਰ੍ਹਾਂ ਦੀਆਂ ਹੋਈਆਂ ਨੇ। ਬਾਹਰਲੇ ਅਸੀਂ ਗੁਰਦੁਆਰਿਆਂ ਦੀ ਗੱਲ ਕਰੀਏ, ਇੱਥੇ ਭਾਰਤ ਦੇ ਗੁਰਦੁਆਰਿਆਂ ਦੀ ਗੱਲ ਕਰੀਏ ਤਾਂ ਤਲਵਾਰਾਂ ਚਲਾਈਆਂ ਜਾਂਦੀਆਂ ਨੇ। ਫਿਰ ਉਸ ਤੋਂ ਬਾਅਦ ਬਾਹਰਲੇ ਗੁਰਦੁਆਰਿਆਂ ਵਿੱਚ ਤਾਂ ਫਿਰ ਪੁਲਿਸ ਵੀ ਆਉਂਦੀ ਹੈ, ਔਰ ਪੁਲਿਸ ਬੇਧੜਕ ਜੋੜਿਆਂ ਸਮੇਤ ਗੁਰਦੁਆਰਾ ਸਾਹਿਬਾਨ ਵਿੱਚ ਦਾਖਲ ਹੁੰਦੀ ਹੈਗੀ ਹੈ। ਅਸੀਂ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਅੱਜ ਜਿਹੜਾ ਯੁੱਗ ਹੈ ਨਾ, ਮੀਡੀਆ ਦਾ ਯੁੱਗ ਹੈ। ਹਲਕਾ ਸਾਹਿਬ, ਕਿਤੇ ਨਾ ਕਿਤੇ ਵਾਇਰਲ ਜਿਹੜੀਆਂ ਹੁੰਦੀਆਂ ਨੇ ਵੀਡੀਓਜ਼ ਬਹੁਤ ਫੁਰਤੀ ਨਾਲ ਹੋ ਜਾਂਦੀਆਂ ਨੇ। ਅਸੀਂ ਕੀ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ? ਸਾਡੇ ਜਿਹੜੇ ਬੱਚੇ ਨੇ ਇਹਨਾਂ ਵੀਡੀਓਜ਼ ਤੋਂ ਕੀ ਸਿੱਖਿਆ ਲੈਣਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਬੱਚਿਆਂ ਨੂੰ ਇਸ ਚੀਜ਼ ਦੇ ਉੱਤੇ ਜਾਂ ਪਬਲਿਕ ਨੂੰ ਇਸ ਚੀਜ਼ ਦੇ ਉੱਤੇ ਸੰਗਿਆਨ ਲੈਣਾ ਚਾਹੀਦਾ ਹੈ ਕਿ ਜਿਹੜੇ ਲੋਕਾਂ ਨੇ ਵੀ ਇਹੋ ਜਿਹੇ ਕੰਮ ਕੀਤੇ ਨੇ, ਭਾਵੇਂ ਉਹ ਕਿਰਪਾਨਾਂ ਚਲਾਈਆਂ ਗਈਆਂ, ਭਾਵੇਂ ਉੱਤੇ ਝਗੜੇ ਕੀਤੇ ਗਏ, ਅੱਜ ਸੰਗਤ ਨੇ ਉਹਨਾਂ ਦਾ ਕੀ ਹਾਸ਼ਰ ਕੀਤਾ। ਲੋਕਾਂ ਨੇ ਜਿਹੜੇ ਆਪਣੀ ਸੱਤਾ ਦੇ ਵਿੱਚ ਰਹਿ ਕੇ ਜਿਹੜੀ ਆ ਪ੍ਰਬੰਧ ਦੇ ਹੇਠ ਜਿਸ ਤਰੀਕੇ ਦੇ ਨਾਲ, ਇੱਥੇ ਮੈਂ ਦਿੱਲੀ ਦੀ ਵੀ ਗੱਲ ਕਰਾਂਗਾ ਕਿ ਦਿੱਲੀ ਦੇ ਵਿੱਚ ਵੀ ਇਹ ਕਾਰਜ ਹੋਏ ਨੇ, ਮਗਰ ਅੱਜ ਸੰਗਤ ਨੇ ਉਹਨਾਂ ਨੂੰ 10-10 ਸਾਲ ਹੋ ਗਏ ਘਰਾਂ 'ਚ ਬਿਠਾ ਕੇ ਰੱਖਦਾ। ਸੋ ਇੱਥੇ ਜੇ ਤੁਸੀਂ ਸੇਵਾ ਕਰਨੀ ਹੈ ਤੇ ਗੁਰੂ ਤੇ ਭੈ ਦੇ ਵਿੱਚ ਰਹਿ ਕੇ ਕਰੋ, ਗੁਰੂ ਦਾ ਹੁਕਮ ਮੰਨ ਕੇ ਕਰੋ, ਤੇ ਗੁਰੂ ਮਹਾਰਾਜ ਤੁਹਾਨੂੰ ਆਪ ਅੱਛੀ ਜਗ੍ਹਾਵਾਂ ਤੇ ਪਹੁੰਚਾ ਦੇਗਾ। ਔਰ ਜੇ ਅਗਰ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਨੂੰ ਸਿਰਫ ਰਾਜਨੀਤੀ ਤੌਰ ਦੇ ਵਿੱਚ ਵਰਤਣਾ ਚਾਹੁੰਦੇ ਹੋ, ਤੇ ਗੁਰੂ ਮਹਾਰਾਜ ਨੇ ਹਮੇਸ਼ਾ ਤੁਹਾਨੂੰ ਬਾਹਰ ਰੱਖਣਾ ਹੈ ਇਨ ਕੰਮਾਂ ਦੇ ਵਿੱਚ। ਸੋ ਮੈਂ ਸਮਝਦਾ ਕਿ ਜਿੱਥੇ ਤੱਕ ਮੈਂ ਜਾਂ ਮੇਰੀ ਪਾਰਟੀ ਇਸ ਵਕਤ ਸੰਬੰਧਿਤ ਹੈ, ਜਿਹਨੂੰ ਮੈਂ ਲੀਡ ਕਰ ਰਿਹਾ, ਕੋਈ ਅਸੀਂ ਬਿਲਕੁਲ ਇਹ ਟੀਚਾ ਰੱਖਿਆ ਹੋਇਆ ਹੈ ਕਿ ਗੁਰੂ ਘਰਾਂ ਨੂੰ ਅਸੀਂ ਕਿਸੇ ਕਿਸਮ ਦਾ ਵੀ ਇਸਤੇਮਾਲ ਨਹੀਂ ਕਰਦੇ। ਤੁਸੀਂ ਦੇਖਿਆ ਹੋਣਾ ਹੈ ਪਿਛਲੇ ਕਈ ਸਾਲਾਂ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਸੇ ਇਤਿਹਾਸਿਕ ਸਟੇਜ ਦੇ ਉੱਤੇ ਕਦੀ ਅੱਜ ਤੱਕ ਪੋਲੀਟੀਕਲ ਗੱਲ ਨਹੀਂ ਕੀਤੀ। ਔਰ ਮੈਂ ਜਿੱਥੇ ਤੱਕ ਆਪਣੀ ਪਰਸਨਲ ਗੱਲ ਕਰਾਂ, ਮੈਂ ਹੁਣੇ ਤੁਹਾਨੂੰ ਦੱਸਿਆ ਕਿ ਮੈਂ ਜਿਹੜੀਆਂ ਇਲੈਕਸ਼ਨਾਂ ਲੜੀਆਂ ਦਿੱਲੀ ਦੇ ਵਿੱਚ, ਅੱਜ ਤੱਕ 6 ਇਲੈਕਸ਼ਨਾਂ ਲੜੀਆਂ।
6 ਦੀ 6 ਦੇ ਵਿੱਚ ਮੇਰੇ ਇਲਾਕੇ ਦਾ ਕੋਈ ਬੰਦਾ ਨਹੀਂ ਕਹਿ ਸਕਦਾ ਕਿ ਅਸੀਂ ਕਿਸੇ ਗੁਰੂ ਘਰ ਦੇ ਵਿੱਚ ਕਿਸੇ ਧਾਰਮਿਕ ਸਥਾਨ ਨੂੰ ਅਸੀਂ ਸਟੇਜ ਬਣਾ ਕੇ ਯੂਜ਼ ਕੀਤਾ ਹੋਏ। ਇਹ ਆਪਣੀ ਮਾਨਸਿਕ ਸੋਚ ਹੈ ਔਰ ਮੈਂ ਸਮਝਦਾ ਕਿ ਹਮੇਸ਼ਾ ਗੁਰੂ ਮਹਾਰਾਜ ਉਹਨਾਂ ਨੂੰ ਭਾਗ ਲਾਉਂਦੇ ਨੇ ਜਿਹੜੇ ਇਸ ਚੀਜ਼ਾਂ ਦੇ ਉੱਤੇ ਪੈਰਾ ਦੇ ਕੇ ਚੱਲਦੇ। बहुत बहुत शुक्रिया हरमीत सिंह कालका जी, बहुत ही बेतड़क सवालों के जवाब देते हैं। प्लीज स्टेज पे आओ और मैं हुण ऑनर करना चाहांगा कि प्लीज गुरदीप सिंह जी तुलीस मेरे सामने बैठे ने, प्लीज स्टेज ते आन ताकि असी हरमीत सिंह कालका जी को सम्मानित कर सके। और नाली राजीव सेठी जी प्लीज तुसी भी स्टेज ते आओ ताकि असी मिल के कालका साहब का धन्यवाद कर सकिए और इन्हों सम्मानित कर सकिए। सरदार गुरदेव सिंह जी प्लीज, और नाली डॉक्टर हरप्रीत कौर जी प्लीज। मैं इत्थे डॉक्टर गगनदीप गुलाटी जी को बुलाना चाहांगा क्योंकि वो एक सोहनी जी किताब जिहड़ी है भेंट करना चाहते हैं। और डॉक्टर हरप्रीत कौर जी। गुरु नानक देव जी के 550 साल समर्पित डॉक्टर गगनदीप गुलाटी ने किताब लिखी सी। इस विच इन्होंने जिहड़े प्रोमिनेंट एजुकेशनिस्ट हैं या वुमेन लीडर्स हैं उन्होंने बारे लिखिया सी ते 55 जिहड़े लीडर्स है ने एजुकेशनिस्ट हैं उन्होंने बारे इस किताब में लिखा गया है। तो इन्हों का बड़ा पेशेंस है क्योंकि मेरे को भी आए सी ते मेरे बार बार सवाल पूछते सी तो मैनू टाइम नहीं सी ते बट बड़ा पेशेंटली इन्होंने जिहड़ा है सारिਆਂ कोलों कलैक्ट किया है। तो सरदार हरमीत सिंह कालका जी विल बी ऑनर्ड अगर तुसी किताब में तुसी देखो तो। डॉक्टर गगनदीप कौर गुलाटी। थैंक यू सो मच। थैंक यू तुली साहब, थैंक यू जसदेव सिंह जी, थैंक यू सेठी साहब। इंटरनेशनल पैरा एथलीट वी वेलकम गरिमा जोशी। कुछ ऐसे बच्चे जो कि फिजिकल चैलेंज है लेकिन उन्होंने इस चैलेंज को बखूबी अपने उत्ते हावी नहीं होने दिता बल्कि पूरी दुनिया में अपना नाम रोशन किया है। 17-year-old, she was there in Kudremukh for an event. Kudremukh is in Karnataka. Early morning practice, she was going to participate in a national level TCS marathon. As an athlete, she was hit by a car early in the morning. And next several months, she was in hospital. In the same hospital, a year later, she lost her mother. उनके पापा ड्राइवर थे, हैं बैठे हैं। उन्होंने कुछ नहीं हारा, इस बच्ची ने कुछ नहीं हारा। इस बच्ची ने 3 marathon races on wheelchair. After that, twice Super Sikh Rani जिहड़ी असी रिकाबगंज साहब तो शुरू करते हैं। Twice she has won जिस इवेंट दे विच ओदे नाल एक्सीडेंट होया सी, she went on to win the same race much later on wheelchair. Airtel half marathon she won in Delhi. उसके बाद she has made it to national wheelchair basketball team. First part of the team which won the nationals, then she was part of the national team. साडा मन नहीं करेगा उस बच्ची नूं असी ओ कर सकीए। She was in Jalandhar last night. उन्हां दे फादर, एक बारी खड़े हो जाओ, उन्हां दे फादर रानी खेत तो ट्रैवल करके जलंधर जाते हैं। हनी, दैट इज मनिंदर, व्हाट्स हिज नेम, हरसिमरन, जिहड़े सवेरे शाम जिथे भी किते वर्ल्ड इवेंट हुई है, शी वन अ सिल्वर एंड अ ब्रोंज एट जसोलो in Italy
in the month of May last year. ਅਸੀਂ ਇਸ ਲਈ ਹਰਮੀਤ ਸਿੰਘ ਕਾਲਕਾ ਜੀ ਨੂੰ ਕਹਿੰਦੇ ਹਾਂ ਕਿ ਉਸ ਬੱਚੀ ਨੂੰ ਆਪਣੇ ਹੱਥ ਨਾਲ ਪ੍ਰਿੰਸੀਪਲ ਮੈਮ ਹਰ ਵੇਲੇ ਤੁਹਾਡੇ ਲਈ ਕੰਮ ਕਰਨ ਨੂੰ ਤਿਆਰ ਹੈ, ਤੁਹਾਡੇ ਫਿਊਚਰ ਲਈ ਕੰਮ ਕਰਨ ਨੂੰ ਤਿਆਰ ਹੈ. ਟ੍ਰੇਨਿੰਗ ਐਂਡ ਮੈਂਟਰਿੰਗ. I'll request Kalka ji to honor this girl along with Principal Ma'am and Balinder Singh.